ਜਦੋਂ ਮੈਨੂੰ ਸਿੰਪਟਮ ਬੁਖਾਰ ਦਾ ਆਇਆ ਤੇ ਥੋੜਾ ਜਿਹਾ ਸਰੀਰ ਟੁੱਟਿਆ ਤੇ ਮੈਨੂੰ ਉਸੇ ਵਕਤ ਹੀ ਸਮਝ ਲੱਗ ਗਈ ਸੀ ਕਿ ਮੈਨੂੰ ਆਪਣਾ ਟੈਸਟ ਕਰਾ ਲੈਣਾ ਚਾਹੀਦਾ। ਡਾਕਟਰਸ ਜਿਹੜੇ ਨੇ ਜੋ ਮੈਂ ਫੀਲ ਕਰਦਾ ਜਾਂ ਅਸੀਂ ਸਾਰੇ ਇੰਡੀਅਨਸ ਫੀਲ ਕਰਦੇ ਰੱਬ ਦਾ ਰੂਪ ਹੁੰਦਾ ਤੇ ਉਹੀ ਕੰਮ ਜਲੰਧਰ ਦੇ ਹੈਲਥ ਡਿਪਾਰਟਮੈਂਟ ਦੇ ਡਾਕਟਰਸ ਨੇ ਕੀਤਾ। ਸਾਡੇ ਕੋਲ ਬਹੁਤ ਸਾਰੀ ਦੁਨੀਆ ਰੋਜ਼ ਘੱਟ ਤੋਂ ਘੱਟ 100-150 ਬੰਦਾ ਆਉਂਦਾ, ਉਹ ਬਹੁਤ ਆਸਾਂ ਉਮੀਦਾਂ ਲੈ ਕੇ ਸਾਡੇ ਕੋਲ ਆਉਂਦਾ ਤੇ ਜੇ ਅਸੀਂ ਉਹਨਾਂ ਨੂੰ ਨਾ ਮਿਲੀਏ ਤੇ ਉਹਨਾਂ ਨੂੰ ਬਹੁਤ ਨਿਰਾਸ਼ ਹੋਣਾ ਪੈਂਦਾ। ਜਿੱਥੇ ਕੌਸ਼ੀਅਸ ਰਹਿਣਾ ਉੱਥੇ ਡਰਨਾ ਨਹੀਂ ਹੈਗਾ। ਜੇ ਕਰੋਨਾ ਪੋਜ਼ਿਟਿਵ ਹੈ ਤੇ ਤੁਸੀਂ ਵੀ ਪੋਜ਼ਿਟਿਵ ਰਹਿਣਾ। ਤੁਸੀਂ ਰੱਬ ਦਾ ਨਾਮ ਲਓ, ਆਪਣੀ ਯੋਗਾ ਕਰੋ, ਐਕਸਰਸਾਈਜ਼ ਕਰੋ, ਜੋ ਡਾਕਟਰਸ ਤੁਹਾਨੂੰ ਦਵਾਈਆਂ ਦਿੰਦੇ ਨੇ ਉਹ ਟਾਈਮ ਸਿਰ ਖਾਓ। ਟਰੂਸਕੋਪ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਹੋਇਆ ਹੈ। ਅੱਜ ਅਸੀਂ ਉਹਨਾਂ ਯੋਧਿਆਂ ਨਾਲ ਤੁਹਾਡੀ ਗੱਲ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇਸ ਡਿਊਟੀ ਦੌਰਾਨ ਆਪਣੇ ਉੱਤੇ ਇਸ ਤਾਪ ਨੂੰ ਝੇਲਿਆ ਹੈ। ਜੀ ਹਾਂ, ਅਸੀਂ ਗੱਲ ਕਰਨ ਜਾ ਰਹੇ ਹਾਂ ਨਵਜੋਤ ਸਿੰਘ ਮਾਲ SSP ਸਾਹਿਬ ਦੇ ਨਾਲ, ਜਿਨ੍ਹਾਂ ਨੇ ਕਿ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਦੁਬਾਰਾ ਆਪਣੀ ਡਿਊਟੀ ਜੁਆਇਨ ਕੀਤੀ ਹੈਗੀ ਹੈ। ਸਰ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਟਰੂਸਕੋਪ ਦੇ ਵਿੱਚ। ਥੈਂਕ ਯੂ ਸਰ, ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡੇ ਡਿਊਟੀ ਦੌਰਾਨ ਤੁਸੀਂ ਬਹੁਤ ਸਾਰੀਆਂ ਜਗ੍ਹਾ 'ਤੇ ਗਏ, ਜਿੱਦਾਂ ਕਿ ਪਿਛਲੇ ਹੜ੍ਹਾਂ ਦੇ ਟਾਈਮ 'ਤੇ ਵੀ ਲਿਆਈਏ ਕਿ ਤੁਸੀਂ ਉਸ ਟਾਈਮ 'ਤੇ ਵੀ ਬਹੁਤ ਸਾਰਾ ਕੰਮ ਕੀਤਾ। ਤੁਸੀਂ ਉਹ ਜਗ੍ਹਾ 'ਤੇ ਗਏ ਆ ਜਿੱਥੇ ਕਿ ਕੋਈ ਆਮ ਲੋਕ ਜਾਣ ਨੂੰ ਬਹੁਤ ਡਰਦੇ ਸੀ। ਕਈ ਵਾਰ ਤੁਹਾਡੀ ਵੀਡੀਓ ਵੀ ਇੱਦਾਂ ਦੀ ਵਾਇਰਲ ਹੋਈ ਕਿ ਤੁਸੀਂ ਟਰੈਕਟਰ ਦੇ ਵਿੱਚ ਬੈਠ ਕੇ ਆਪਣਾ ਪਾਣੀ ਦੇ ਵਿੱਚ ਗਏ, ਬਹੁਤ ਸਾਰੇ ਲੋਕਾਂ ਨੂੰ ਰਾਸ਼ਨ ਪਹੁੰਚਾਇਆ। ਅਤੇ ਇਸੇ ਦੇ ਨਾਲ ਹੀ ਜਦੋਂ ਕਰੋਨਾ ਵਾਇਰਸ ਦੀ ਮਹਾਮਾਰੀ ਆਈ ਉਸ ਟਾਈਮ ਤੇ ਵੀ ਤੁਸੀਂ ਬਹੁਤ ਸਾਰੇ ਲੋਕਾਂ ਦੇ ਵਿੱਚ ਗਏ, ਕਈ ਪਿੰਡਾਂ ਦੇ ਵਿੱਚ ਗਏ, ਤੁਸੀਂ ਰਾਸ਼ਨ ਵੀ ਪਹੁੰਚਾਇਆ ਕਿ ਤੁਹਾਡੀਆਂ ਟੀਮਾਂ ਵੀ ਤੁਹਾਡੇ ਨਾਲ ਜਾਂਦੀਆਂ ਸੀ। ਫਿਰ ਵੀ ਤੁਸੀਂ ਇਸ ਚੀਜ਼ ਨੂੰ ਬਹੁਤ ਬਖੂਬੀ ਨਿਭਾਇਆ। ਤੇ ਇਸੇ ਤੇ ਜਦੋਂ ਤੁਹਾਡੇ ਤੇ ਇਹ ਵਿਪਤਾ ਆਈ ਸੀ ਤੇ ਉਸ ਬਾਰੇ ਥੋੜਾ ਜਿਹਾ ਵਿਸਥਾਰ ਦੇ ਨਾਲ ਸਰ। ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਜਿਹੜੀ ਤੁਸੀਂ ਯਾਦ ਕਰਾਇਆ ਕਿ ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀ ਉਹਦੇ ਵਿੱਚ ਵੀ ਫੀਲਡ ਦੇ ਵਿੱਚ ਜਾ ਕੇ ਮੈਂ ਤੇ ਸਾਡੇ ਉਸ ਵਕਤ ਦੇ DC ਸਾਹਿਬ ਨੇ ਪੂਰਾ ਆਪਣੀ ਜ਼ਿੰਮੇਵਾਰੀ ਨਿਭਾਈ ਸੀ। ਇਹ ਸਾਡੀ ਡਿਊਟੀ ਬਣਦੀ ਹੈ। ਮੈਂ ਇੱਕ SSP ਹੈ, ਮੈਂ ਲੀਡ ਕਰ ਰਿਹਾ ਆਪਣੇ ਡਿਸਟ੍ਰਿਕਟ ਨੂੰ ਅਤੇ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਅੱਗੇ ਹੋ ਕੇ ਆਪਣੀ ਫੋਰਸ ਨੂੰ ਲੀਡ ਕਰਾਂ ਅਤੇ ਜੋ ਲੋਕਾਂ ਦੀ ਸੇਵਾ ਹੋ ਸਕਦੀ ਹੈ ਉਹ ਕਰੀਏ। ਸਰ, ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਕਿ ਇਹ ਸਿੰਟਮ ਆਇਆ, ਕਿੱਦਾਂ ਤੁਹਾਨੂੰ ਲੱਗਾ ਕਿ ਤੁਹਾਨੂੰ ਇਹ ਟੈਸਟ ਕਰਵਾਉਣਾ ਚਾਹੀਦਾ ਹੈ? ਕੀ ਸਿੰਟਮ ਆਇਆ ਸੀ ਤੁਹਾਡੇ? ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਪੁਲਿਸ ਵਾਲੇ, ਸਿਵਲ ਐਡਮਿਨਿਸਟ੍ਰੇਸ਼ਨ, ਹੈਲਥ ਡਿਪਾਰਟਮੈਂਟ ਸਾਰੇ ਇਸ ਕੰਮ ਦੇ ਵਿੱਚ ਰੁੱਝੇ ਹੋਏ ਸੀ। ਅਤੇ ਜਦੋਂ ਮੈਨੂੰ ਸਿੰਪਟਮ ਬੁਖਾਰ ਦਾ ਆਇਆ ਅਤੇ ਥੋੜ੍ਹਾ ਜਿਹਾ ਸਰੀਰ ਟੁੱਟਿਆ ਅਤੇ ਮੈਨੂੰ ਉਸੇ ਵਕਤ ਹੀ ਸਮਝ ਲੱਗ ਗਈ ਸੀ ਕਿ ਮੈਨੂੰ ਆਪਣਾ ਟੈਸਟ ਕਰਾ ਲੈਣਾ ਚਾਹੀਦਾ। ਮੈਂ ਨਾਲ ਹੀ ਆਪਣਾ ਟੈਸਟ ਕਰਾ ਲਿਆ ਸੀ, ਜਿਹੜਾ ਕਿ ਪੋਜ਼ੀਟਿਵ ਆ ਗਿਆ ਸੀ। ਅਤੇ ਪੋਜ਼ੀਟਿਵ ਆਉਣ ਤੋਂ ਬਾਅਦ ਜਿਹੜਾ ਲੋਕਾਂ ਨੂੰ ਮੈਂ ਜੋ ਮੈਸੇਜ ਦੇਣਾ ਚਾਹੂੰਗਾ ਕਿ ਜੋ ਗੌਰਮੈਂਟ ਦੀਆਂ ਡਾਇਰੈਕਸ਼ਨਸ ਨੇ ਉਹਨਾਂ ਨੂੰ ਅਸੀਂ ਜ਼ਰੂਰ ਮੰਨਣਾ। ਸਭ ਤੋਂ ਪਹਿਲਾ ਕੰਮ ਪੋਜ਼ੀਟਿਵ ਆਉਣ ਤੋਂ ਬਾਅਦ ਇਹੀ ਹੋਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਆਈਸੋਲੇਟ ਕਰ ਲਈਏ। ਹੁਣ ਮੈਂ ਇੱਕ ਪੁਲਿਸ ਆਫਿਸਰ ਹਾਂ, ਮੇਰੀ ਫੈਮਿਲੀ ਤੋਂ ਤਾਂ ਮੈਂ ਆਈਸੋਲੇਟ ਹੋਣਾ ਹੀ ਹੋਣਾ ਸੀ। ਮੇਰੀ ਜਿਹੜੀ ਐਕਸਟੈਂਡਡ ਫੈਮਿਲੀ ਹੈ ਜਿਸ ਦੇ ਵਿੱਚ ਸਾਡੇ ਬਾਕੀ ਦੇ ਪੁਲਿਸ ਮੁਲਾਜ਼ਮ ਅਤੇ ਸਾਡੇ ਬਾਕੀ ਸਮਾਜ ਦੇ ਮੈਂਬਰ ਆ ਜਾਂਦੇ ਨੇ, ਉਹਨਾਂ ਤੋਂ ਵੀ ਮੈਂ ਆਪਣੇ ਆਪ ਨੂੰ ਦੂਰ ਰੱਖਿਆ ਤਾਂ ਕਿ ਉਹਨਾਂ ਨੂੰ ਇਹ ਪ੍ਰੋਬਲਮ ਨਾ ਆ ਸਕੇ। ਦੱਸਣਯੋਗ ਹੈ ਕਿ ਤੁਸੀਂ ਤੁਹਾਡੇ ਨਾਲ ਜਿਹੜਾ ਤੁਹਾਡਾ ਸਟਾਫ ਸੀਗਾ, ਜਿਹੜਾ ਤੁਹਾਡੇ ਬਿਲਕੁਲ ਨਾਲ ਰਹਿੰਦਾ ਸੀ, ਉਹਨਾਂ ਦਾ ਕਿੱਦਾਂ ਤੁਸੀਂ ਸੇਫ ਸਾਈਡ ਕੀਤਾ? ਮੈਂ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਹੀ ਹੈ ਕਿ ਆਪਣੇ ਆਪ ਨੂੰ ਆਈਸੋਲੇਟ ਕੀਤਾ। ਮੈਂ ਆਪਣੀ ਫੈਮਿਲੀ ਤੋਂ, ਆਪਣੇ ਮੁਲਾਜ਼ਮਾਂ ਤੋਂ, ਆਪਣਾ ਬਿਲਕੁਲ ਦਫ਼ਤਰ ਨਹੀਂ ਆਇਆ। ਮੈਂ ਘਰ ਬੈਠ ਕੇ ਜਦੋਂ ਤੱਕ ਮੇਰਾ ਰਿਜ਼ਲਟ ਨਹੀਂ ਆਇਆ ਵੇਟ ਕੀਤੀ ਪਹਿਲਾਂ ਮੈਂ ਰਿਜ਼ਲਟ ਦੀ। ਰਿਜ਼ਲਟ ਆਉਣ ਤੋਂ ਬਾਅਦ ਫਿਰ ਡਾਕਟਰਸ ਨੂੰ ਕੰਸਲਟ ਕੀਤਾ, ਜੋ ਉਹਨਾਂ ਮੈਡੀਸਿਨ ਵਗੈਰਾ ਦੇਣੀ ਸੀ ਉਹ ਲਈ। ਨਾਲ ਹੀ ਮੈਂ ਜਿਹੜੇ ਮੇਰੇ ਨਾਲ ਗਨਮੈਨ ਸੀਗੇ, ਮੇਰੇ ਕੁੱਕ ਸੀਗੇ, ਮੈਂ ਉਹਨਾਂ ਦਾ ਵੀ ਟੈਸਟ ਕਰਾਇਆ ਅਤੇ ਫੋਰਚੂਨੇਟਲੀ ਕਹਿ ਸਕਦੇ ਹਾਂ ਵਿੱਚੋਂ ਸਿਰਫ 3-4 ਮੁਲਾਜ਼ਮਾਂ ਦਾ ਪੋਜ਼ੀਟਿਵ ਆਇਆ, ਬਟ ਉਹਨਾਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ। ਇੱਕਦਮ ਮੈਂ ਉਹਨਾਂ ਨੂੰ ਸਮਝਾ ਕੇ ਕੁਆਰੰਟਾਈਨ ਦੇ ਵਿੱਚ ਭੇਜ ਦਿੱਤਾ ਅਤੇ ਪਰਮਾਤਮਾ ਦੀ ਮਿਹਰ ਹੋਈ ਹੈ, ਹੁਣ ਸਾਰੇ ਦੇ ਸਾਰੇ ਬਿਲਕੁਲ ਠੀਕ ਠਾਕ ਨੇ, ਆਪਣੇ ਕੰਮ 'ਤੇ ਆਏ ਹੋਏ। ਕੁਐਸਚਨ ਹੋਰ ਪੁੱਛਣਾ ਚਾਹਾਂਗਾ ਕਿ ਜਿੱਦਾਂ ਕਿ ਲੋਕ ਕਈ ਪੋਜ਼ੀਟਿਵ ਆਉਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਅਤੇ ਤੁਹਾਡੇ ਨਾਲ ਕਿੱਦਾਂ ਦਾ ਵਿਵਹਾਰ ਰਿਹਾ ਉਹਨਾਂ ਦਾ, ਕਿ ਕਿੱਦਾਂ ਦਾ ਉਹਨਾਂ ਨੇ ਤੁਹਾਨੂੰ ਮੈਨੇਜ ਕੀਤਾ? ਹੈਲਥ ਡਿਪਾਰਟਮੈਂਟ ਡਾਕਟਰਸ ਜਿਹੜੇ ਨੇ ਜੋ ਮੈਂ ਫੀਲ ਕਰਦਾ ਜਾਂ ਅਸੀਂ ਸਾਰੇ ਇੰਡੀਅਨਸ ਫੀਲ ਕਰਦੇ ਰੱਬ ਦਾ ਰੂਪ ਹੁੰਦਾ ਅਤੇ ਉਹੀ ਕੰਮ ਜਲੰਧਰ ਦੇ ਹੈਲਥ ਡਿਪਾਰਟਮੈਂਟ ਦੇ ਡਾਕਟਰਸ ਨੇ ਕੀਤਾ। ਉਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਕੋਈ ਕੋਰੋਨਾ ਪੋਜ਼ੀਟਿਵ ਆਉਂਦਾ ਉਹਨੂੰ ਟਰੀਟ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਾਈਕੋਲੋਜੀਕਲੀ ਸਮਝਾਉਂਦੇ ਨੇ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈਗੀ, ਜੇ ਕੋਈ ਪ੍ਰੋਬਲਮ ਆ ਗਈ ਹੈ ਤਾਂ ਉਹਨੂੰ ਝੱਲਣਾ ਹੀ ਪੈਣਾ।
ਮੈਂ ਜਿਹੜਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਮੈਂ ਤੁਹਾਡੇ ਨਾਲ ਉਹ ਵੀ ਥੋੜ੍ਹਾ ਜਿਹਾ ਸ਼ੇਅਰ ਕਰੂੰਗਾ। ਫਿਰ ਸਾਨੂੰ ਕੌਸ਼ੀਅਸ ਰਹਿਣ ਦੀ ਲੋੜ ਹੈ। ਜੋ ਸਰਕਾਰ ਹਦਾਇਤਾਂ ਦਿੰਦੀ ਹੈ ਅਸੀਂ ਉਹ ਸਾਰੀਆਂ ਫੋਲੋ ਕਰਨੀਆਂ। ਸਭ ਤੋਂ ਇੰਪੋਰਟੈਂਟ ਜਿਨ੍ਹਾਂ ਵਿੱਚ ਹੈਗਾ ਕਿ ਅਸੀਂ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ, ਅਸੀਂ ਮੂੰਹ 'ਤੇ ਮਾਸਕ ਪਾਉਣਾ, ਆਪਣੇ ਹੱਥ ਬਾਰ-ਬਾਰ ਧੋਣੇ ਹੈ। ਇਹ ਸਭ ਕੁਛ ਕਰਨ ਦੇ ਬਾਵਜੂਦ ਜੇ ਸਾਨੂੰ ਕਰੋਨਾ ਹੋ ਜਾਂਦਾ ਤਾਂ ਡਰਨ ਦੀ ਲੋੜ ਨਹੀਂ ਹੈਗੀ। ਡਰ ਸਿਰਫ ਉਸ ਬੰਦੇ ਨੂੰ ਹੋਣਾ ਚਾਹੀਦਾ ਜੋ ਕੋਈ ਐਸਥਮੈਟਿਕ ਹੈ ਜਾਂ ਜਿਹਨੂੰ ਆਲਰੇਡੀ ਕੋਈ ਹਾਰਟ ਦੀ ਜਾਂ ਕਿਡਨੀ ਦੀ ਪ੍ਰੋਬਲਮ ਹੈ। ਇਹ ਚੀਜ਼ ਜਿਹੜੀ ਹੈ 100% ਕਿਉਰੇਬਲ ਹੈ। ਬੇਸਿਕਲੀ ਇਹਦੇ ਵਿੱਚ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਜੇ ਇਹ ਕਰੋਨਾ ਪੋਜ਼ੀਟਿਵ ਆਇਆ ਤਾਂ ਤੁਸੀਂ ਆਪਣੇ ਆਪ ਨੂੰ ਵੀ ਪੋਜ਼ੀਟਿਵ ਰੱਖਣਾ। ਉਹੀ ਕੰਮ ਮੈਂ ਕੀਤਾ। ਫਸਟ ਡੇ ਮੈਨੂੰ ਜਦੋਂ ਪ੍ਰੋਬਲਮ ਆਈ ਹੈ, ਫਸਟ ਡੇ ਤੋਂ ਬਾਅਦ ਮੈਨੂੰ ਸੈਕਿੰਡ ਡੇ ਕੋਈ ਬੁਖਾਰ ਨਹੀਂ ਹੋਇਆ। ਮੈਂ ਆਪਣੀ ਮੈਡੀਸਨ ਸਟਾਰਟ ਕਰ ਦਿੱਤੀ। ਬਾਈ ਥਰਡ ਐਂਡ ਫੋਰਥ ਡੇ ਮੈਂ ਆਪਣਾ ਯੋਗਾ, ਆਪਣੀ ਜੋਗਿੰਗ, ਬਾਕੀ ਪਰਮਾਤਮਾ ਦਾ ਨਾਮ ਲੈਣਾ, ਮੈਂ ਸਾਰਾ ਦਾ ਸਾਰਾ ਸਟਾਰਟ ਕਰ ਦਿੱਤਾ। ਅਤੇ ਪਰਮਾਤਮਾ ਦੀ ਐਸੀ ਮਿਹਰ ਹੋਈ ਹੈ ਕਿ ਹੁਣ ਤੱਕ ਦੁਬਾਰਾ ਕੋਈ ਸਿੰਪਟਮ ਨਹੀਂ ਆਇਆ ਅਤੇ ਹੁਣ ਮੈਂ ਆਪਣੀ ਡਿਊਟੀ ਜੁਆਇਨ ਕਰ ਲਈ। ਕਿ ਤੁਹਾਨੂੰ ਕਰੋਨਾ ਵਾਇਰਸ ਦੇ ਟਾਈਮ ਦੇ ਵਿੱਚ ਵੀ ਕਈ ਸਾਰੇ ਫੋਨਸ ਆਉਂਦੇ ਹੋਣਗੇ ਤੁਹਾਡੇ ਕੰਮਕਾਰ ਦੇ ਵਿੱਚ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਮੈਨੇਜ ਕੀਤਾ ਆਪਣੇ ਘਰ ਦੇ ਵਿੱਚ ਰਹਿ ਕੇ? ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਜਿਹੜੇ ਫੋਨਸ ਆਏ ਹੈ ਸਾਡੇ ਡੀਜੀ ਸ਼੍ਰੀ ਦਿਨਕਰ ਗੁਪਤਾ ਜੀ ਦੇ, ਮੈਨੂੰ ਤਕਰੀਬਨ 4 ਜਾਂ 5 ਵਾਰੀ ਫੋਨ ਆਇਆ। ਉਹਨਾਂ ਨੇ ਨਾ ਕਿ ਮੈਨੂੰ ਇਨਕਰੇਜਮੈਂਟ ਦਿੱਤੀ ਹੈ ਅਤੇ ਮੋਟੀਵੇਟ ਕੀਤਾ, ਬਟ ਸਾਡੇ ਮੁਲਾਜ਼ਮ ਜਿਹੜੇ ਬਾਕੀ ਕਰੋਨਾ ਤੋਂ ਪੀੜਿਤ ਸੀਗੇ ਉਹਨਾਂ ਨੂੰ ਵੀ ਸਾਰਿਆਂ ਨਾਲ ਫੇਸ ਟਾਈਮ 'ਤੇ ਵੀ ਗੱਲ ਕੀਤੀ ਹੈ। ਪਰਸਨਲੀ ਸਾਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਹਾਲ ਚਾਲ ਪੁੱਛਿਆ, ਉਹਨਾਂ ਨੂੰ ਜੇ ਕਿਸੇ ਚੀਜ਼ ਦੀ ਲੋੜ ਹੈ ਉਹ ਪੁੱਛ ਕੇ ਅਤੇ ਉਹ ਪਹੁੰਚਾਈ ਹੈ। ਥੋੜ੍ਹਾ ਜਿਹਾ ਪਰਸਨਲ ਸਵਾਲ ਪੁੱਛਣ ਲੱਗਾ, ਜਿੱਦਾਂ ਕਿ ਤੁਸੀਂ ਦੱਸਿਆ ਕਿ ਇਸ ਚੀਜ਼ ਨੂੰ ਤੁਸੀਂ ਯੋਗਾ ਕੀਤਾ, ਰਨਿੰਗ ਕੀਤੀ, ਇਸ ਚੀਜ਼ 'ਚ ਤੁਸੀਂ ਕਰੋਨਾ ਨੂੰ ਮਾਤ ਦੇਣ ਦੇ ਵਿੱਚ, ਅਤੇ ਇੱਕ ਪੁਲਿਸ ਮੁਲਾਜ਼ਮਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹ ਦੇਖਣ ਵਾਲੀਆਂ ਹੁੰਦੀਆਂ ਕਿ ਉਹ ਆਪਣੇ ਘਰ ਦੇ ਵਿੱਚ ਆਪਣੇ ਘਰਦਿਆਂ ਨੂੰ ਟਾਈਮ ਨਹੀਂ ਦੇ ਸਕਦੇ। ਅਤੇ ਇਸ ਟਾਈਮ ਦੇ ਵਿੱਚ ਤੁਹਾਡਾ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਰਿਹਾ? ਅਤੇ ਤੁਸੀਂ ਘਰ ਦੇ ਵਿੱਚ ਰਹੇ ਆ 18 ਦਿਨ, ਅਤੇ ਕਿੱਦਾਂ ਦਾ ਤੁਹਾਡਾ ਉਹ ਵਾਲਾ ਮਾਹੌਲ ਰਿਹਾ? ਅਤੇ ਉਹ ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ। ਹਾਂ, ਮੈਂ ਜਿਹੜੀ ਗੱਲ 'ਤੇ ਸਟਰੈਸ ਕਰਨਾ ਚਾਹੁੰਦਾ, ਅਗੇਨ ਮੈਂ ਰੀਟਰੇਟ ਕਰਦਾ, ਇਸ ਚੀਜ਼ ਤੋਂ ਬਿਲਕੁਲ ਡਰਨ ਦੀ ਲੋੜ ਨਹੀਂ। ਕੌਸ਼ੀਅਸ ਅਸੀਂ ਰਹਿਣਾ, ਮੈਡੀਸਨਸ ਜੋ ਡਾਕਟਰਸ ਕਹਿੰਦੇ ਉਹ ਕਰਨੀ ਹੈ, ਪੋਜ਼ੀਟਿਵ ਰਹਿਣਾ ਆਲ ਦਾ ਟਾਈਮ। ਉਸ ਦੇ ਨਾਲ ਨਾਲ ਤੁਸੀਂ ਜੋ ਵੀ ਕੰਮ ਕਰਦੇ ਹੋ, ਮੈਂ ਆਪਣਾ ਆਫਿਸ ਦਾ ਕੰਮ ਇੱਕ ਦਿਨ ਵੀ ਨਹੀਂ ਛੱਡਿਆ। ਆਫਿਸ ਮੈਂ ਔਨ ਫੋਨ 'ਤੇ ਜਿਹੜੀਆਂ ਵੈਬਐਕਸ ਰਾਹੀਂ ਮੈਂ ਮੀਟਿੰਗਸ ਕਰਦਾ ਰਿਹਾ, ਥਰੂ ਨੈੱਟ, ਥਰੂ VC, ਆਪਣੇ SHOs ਨਾਲ, ਆਪਣੇ DSPs ਨਾਲ, ਆਲ ਦਾ ਟਾਈਮ ਮੈਂ ਇਨ ਟੱਚ ਰਿਹਾ। ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਜਿਸ ਟਾਈਮ ਮੈਂ ਕੁਆਰੰਟਾਈਨ ਦੇ ਵਿੱਚ ਸੀਗਾ ਉਸ ਟਾਈਮ ਦੇ ਵਿੱਚ ਵੀ ਸਾਡੀਆਂ ਰਿਕਵਰੀਜ਼ ਕਾਫੀ ਹੈਵੀ ਰਹੀਆਂ ਨੇ। ਜਿਹੜੀ ਤੁਸੀਂ ਗੱਲ ਕਰਦੇ ਹੋ ਆਪਣੀ ਫੈਮਿਲੀ ਤੋਂ ਤਾਂ ਫਿਰ ਵੀ ਦੂਰ ਹੀ ਰਹਿਣਾ ਪੈਂਦਾ, ਕਿਉਂਕਿ ਸਾਡੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਹੁੰਦਾ ਕਿ ਉਹ ਸੇਫ ਰਹਿਣ। ਸੋ ਫੈਮਿਲੀ ਤੋਂ ਮੈਂ ਦੂਰ ਹੀ ਰਿਹਾ ਸੀਗਾ। ਅਤੇ ਬਟ ਇਹ ਜ਼ਰੂਰ ਹੈ ਕਿ ਫੋਨ 'ਤੇ ਵੀ ਆਰ ਆਲ ਦਾ ਟਾਈਮ ਇੱਕ ਦੂਸਰੇ ਨਾਲ ਸਾਡੀ ਗੱਲਬਾਤ ਹੁੰਦੀ ਸੀ। ਮੇਰੀ ਵਾਈਫ, ਮੇਰੀ ਬਿਟੀਆ, ਮੇਰੇ ਮਦਰ ਇਨ ਲਾਅ, ਸਾਰਿਆਂ ਨੂੰ ਪੋਜ਼ੀਟਿਵ ਹੋ ਗਿਆ ਸੀਗਾ। ਬਟ ਸਾਰਿਆਂ ਨਾਲ ਹੀ ਪਰਮਾਤਮਾ ਦੀ ਮਿਹਰ ਨਾਲ ਕਿਸੇ ਨੂੰ ਕੋਈ ਸਿੰਪਟਮ ਵੀ ਨਹੀਂ ਆਇਆ ਅਤੇ ਹੁਣ ਸਾਰੇ ਬਿਲਕੁਲ ਠੀਕ ਠਾਕ। ਸਰ ਇੱਥੇ ਇਹ ਮੈਂ ਪੁੱਛਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਇਹ ਟੈਸਟ ਕਰਾਇਆ ਸੀ, ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਪਹਿਲੇ ਦਿਨ ਬੁਖਾਰ ਹੋਇਆ ਸੀ, ਅਤੇ ਸਰ ਇਹ ਤੁਸੀਂ ਕਦੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਕਿਹਦੇ ਕੰਟੈਕਟ ਦੇ ਵਿੱਚੋਂ ਇਹ ਮਹਾਂਮਾਰੀ ਦੇ ਵਿੱਚ ਤੁਸੀਂ ਇਹ? ਮੈਂ ਬਿਲਕੁਲ ਕੋਸ਼ਿਸ਼ ਕੀਤੀ, ਬਟ ਮੈਂ ਇੱਕ ਗੱਲ ਦੱਸਣਾ ਚਾਹੂੰਗਾ ਤੁਹਾਨੂੰ ਕਿ ਮੀ ਬੀਇੰਗ SSP, ਸਾਡੇ ਕੋਲ ਬਹੁਤ ਸਾਰੀ ਦੁਨੀਆ ਰੋਜ਼ ਘੱਟ ਤੋਂ ਘੱਟ 100-150 ਬੰਦਾ ਆਉਂਦਾ। ਉਹ ਬਹੁਤ ਆਸਾਂ ਉਮੀਦਾਂ ਲੈ ਕੇ ਸਾਡੇ ਕੋਲ ਆਉਂਦਾ, ਅਤੇ ਜੇ ਅਸੀਂ ਉਹਨਾਂ ਨੂੰ ਨਾ ਮਿਲੀਏ ਤਾਂ ਉਹਨਾਂ ਨੂੰ ਬਹੁਤ ਨਿਰਾਸ਼ ਹੋਣਾ ਪੈਂਦਾ। ਸੋ ਅਸੀਂ ਕੋਸ਼ਿਸ਼ ਕਰਦੇ ਰਹੇ ਕਿ ਉਹਨਾਂ ਨੂੰ ਫਰਕ ਰੱਖ ਕੇ, 8 ਫੁੱਟ ਦਾ ਫਰਕ ਰੱਖ ਕੇ, ਮੂੰਹ ਆਪਣੇ ਨੂੰ ਵੀ ਕਵਰ ਕਰਕੇ, ਉਹਨਾਂ ਨੂੰ ਵੀ ਕਵਰ ਕਰਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਉਹਨਾਂ ਦੀ ਗੱਲ ਸੁਣੀ ਜਾਵੇ ਅਤੇ ਜੋ ਕੋਈ ਪ੍ਰੋਬਲਮ ਹੈ ਉਹ ਦੂਰ ਕੀਤੀ ਜਾਵੇ। ਅਤੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਉਸੇ 'ਚ ਹੀ ਕਿਸੇ ਨਾ ਕਿਸੇ ਸੱਜਣ ਕੋਲੋਂ ਮੈਨੂੰ ਇਹ ਸਿਚੁਏਸ਼ਨ ਬਣੀ ਹੈ। ਲਾਸਟ ਦੇ ਵਿੱਚ ਮੈਂ ਕਹਾਂਗਾ ਕਿ ਤੁਸੀਂ ਇਸ ਦਿਨ ਨੂੰ ਕਰੋਨਾ ਵਾਇਰਸ ਤੋਂ ਮਾਤ ਦੇ ਕੇ ਅੱਜ ਬਾਹਰ ਆਏ ਆ, ਅਤੇ ਤੁਸੀਂ ਲੋਕਾਂ ਨੂੰ ਇਸ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਜਿੱਥੇ ਕੌਸ਼ੀਅਸ ਰਹਿਣਾ ਉੱਥੇ ਡਰਨਾ ਨਹੀਂ ਹੈਗਾ। ਜੇ ਕਰੋਨਾ ਪੋਜ਼ੀਟਿਵ ਹੈ ਤਾਂ ਤੁਸੀਂ ਵੀ ਪੋਜ਼ੀਟਿਵ ਰਹਿਣਾ। ਤੁਸੀਂ ਰੱਬ ਦਾ ਨਾਮ ਲਓ, ਆਪਣੀ ਯੋਗਾ ਕਰੋ, ਐਕਸਰਸਾਈਜ਼ ਕਰੋ, ਜੋ ਡਾਕਟਰਸ ਤੁਹਾਨੂੰ ਦਵਾਈਆਂ ਦਿੰਦੇ ਨੇ ਉਹ ਟਾਈਮ ਸਿਰ ਖਾਓ। ਇੱਕ ਗੱਲ ਜਿਹੜੀ ਮੈਂ ਹੋਰ ਮੇਨ ਕਹਿਣੀ ਚਾਹੁੰਦਾ, ਜੋ ਮੇਰਾ ਐਕਸਪੀਰੀਅੰਸ ਹੈ, ਬਹੁਤ ਸਾਰੇ ਲੋਕ ਆਪ ਸਾਡੇ ਸੱਜਣ ਤੁਹਾਨੂੰ ਸਲਾਹਾਂ ਦਿੰਦੇ ਨੇ ਜੀ ਕਿ ਆਹ ਖਾਓ, ਹਲਦੀ ਖਾਓ, ਐਲੋਪੈਥਿਕ ਖਾਓ, ਹੋਮਿਓਪੈਥਿਕ ਖਾਓ। ਮੇਰੇ ਖਿਆਲ ਦੇ ਵਿੱਚ ਜੋ ਸਿੰਪਲ ਡਾਈਟ ਤੁਹਾਡੀ ਹੁੰਦੀ ਹੈ ਉਹੀ ਲੈਣੀ ਚਾਹੀਦੀ ਹੈ, ਐਂਡ ਖੁਸ਼ ਰਹਿਣਾ ਚਾਹੀਦਾ। ਤੁਸੀਂ ਖੁਸ਼ ਰਹੋ, ਯੋਗਾ ਕਰੋ, ਰੱਬ ਦਾ ਨਾਂ ਲਓ। ਇਹ 17 ਦਿਨਾਂ ਦਾ ਪਤਾ ਵੀ ਨਹੀਂ ਲੱਗਦਾ ਕਿ ਕਿਸ ਵਕਤ ਨਿਕਲ ਜਾਂਦੇ ਨੇ।
ਸੋ ਇਹ ਸੀ ਸਾਡੇ ਨਾਲ ਐਸਐਸਪੀ ਨਵਜੋਤ ਸਿੰਘ ਮਾਹਲ ਤੇ ਸਾਡੀ ਇਹਨਾਂ ਦੇ ਨਾਲ ਸੀ ਟਰੂ ਸਕੂਪ ਦੀ ਖਾਸ ਮੁਲਾਕਾਤ। ਤੇ ਇੱਕੋ ਹੀ ਤੁਹਾਡੇ ਅੱਗੇ ਟਰੂ ਸਕੂਪ ਦੀ ਵੀ ਅਪੀਲ ਹੈ ਤੇ ਐਸਐਸਪੀ ਸਾਹਿਬ ਦੀ ਵੀ ਅਪੀਲ ਹੈ, ਆਪਣੇ ਘਰ ਰਹੋ, ਸੇਫ ਰਹੋ, ਇਹਨਾਂ ਯੋਧਿਆਂ ਦਾ ਇਸੇ ਤਰ੍ਹਾਂ ਹੀ ਸਾਥ ਦੇਵੋ। ਕੈਮਰਾਮੈਨ ਰੋਹਿਤ ਦੇ ਨਾਲ ਅੰਮ੍ਰਿਤਪਾਲ ਸਿੰਘ, ਟਰੂ ਸਕੂਪ।